With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्होंने सिੱਖੀ दिया ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਦਰਸ਼ਕੋ, ਅੱਜ ਦਾ ਜੋ ਸਾਡਾ ਪ੍ਰੋਗਰਾਮ ਹੋਵੇਗਾ ਉਹ ਜੂਨ 84 ਦੇ ਘੱਲੂਘਾਰੇ ਦੀ ਦੁਖਦ ਯਾਦ ਨੂੰ ਸਮਰਪਿਤ ਹੋਵੇਗਾ। ਇਸੇ ਵਿਸ਼ੇ ਨੂੰ ਮੁੱਖ ਰੱਖ ਕੇ ਅਸੀਂ ਡਾਕਟਰ ਅਮਰਜੀਤ ਸਿੰਘ ਨਾਲ ਗੱਲਬਾਤ ਕਰਾਂਗੇ, ਜੋ ਮੇਰੇ ਨਾਲ ਇਸ ਟਾਈਮ ਸਟੂਡੀਓ ਵਿੱਚ ਮੌਜੂਦ ਹਨ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 2 ਜੂਨ 2016, 19 ਜੇਠ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਕੱਲ ਵੀ ਸਾਡੇ ਦਰਸ਼ਕਾਂ ਨਾਲ ਜੂਨ 84 ਦੇ ਘੱਲੂਘਾਰੇ ਸੰਬੰਧੀ ਤੁਸੀਂ ਗੱਲਬਾਤ ਕੀਤੀ ਸੀ, ਵਿਚਾਰ ਵਟਾਂਦਰਾ ਕੀਤਾ ਸੀ, ਤੇ ਅੱਜ 2 ਜੂਨ ਹੈਗੀ ਹੈ ਤੇ ਉਸ ਟਾਈਮ 1984 ਵਿੱਚ ਉਸ ਦਿਨ ਕੀ ਹੋ ਰਿਹਾ ਸੀ? ਦੇਖੋ, ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਇਹ ਕਿਹਾ ਸੀ ਕਿ ਵੀ ਜਿਹੜੇ ਇਸ ਹਫਤੇ ਦੇ ਪ੍ਰੋਗਰਾਮ ਨੇ ਉਹ ਜੂਨ 84 ਘੱਲੂਘਾਰੇ ਦੀ ਯਾਦ ਨੂੰ ਹੀ ਸਮਰਪਿਤ ਹੋਣਗੇ ਜੀ। ਬੇਸ਼ੱਕ ਕੱਲ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਬਾਹਰ ਪ੍ਰੋਟੈਸਟ ਹੈ, ਜਿਸ ਨੂੰ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਰਗੇਨਾਈਜ਼ ਕੀਤਾ ਗਿਆ ਜੀ ਯੂਨਾਈਟਿਡ ਨੇਸ਼ਨਸ ਦੇ ਬਾਹਰ 12 ਵਜੇ ਤੋਂ 2 ਵਜੇ ਤੱਕ। ਉਸ ਦੇ ਵਿੱਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ ਔਰ ਉਸ ਪ੍ਰੋਗਰਾਮ ਦਾ ਲਾਈਵ ਜਿਹੜਾ ਪ੍ਰਸਾਰਣ ਹੈ ਉਹ TV 84 ਤੋਂ ਹੋਏਗਾ ਔਰ ਫਿਰ ਉਹੀ ਪ੍ਰੋਗਰਾਮ ਸਾਡੀ ਕੋਸ਼ਿਸ਼ ਹੋਏਗੀ ਕਿ ਸ਼ਾਮ ਦੇ ਸਲੋਟ ਦੇ ਵਿੱਚ ਵੀ ਉਸ ਨੂੰ ਰਿਪੀਟ ਕੀਤਾ ਜਾ ਸਕੇ ਜੀ। ਇਸ ਨੂੰ ਲੈ ਕੇ 4 ਚੁਫੇਰੇ ਐਕਟੀਵਿਟੀਜ਼ ਨੇ ਔਰ ਭਾਵੇਂ ਲੱਗਦਾ ਹੈ ਕਿ ਹਿੰਦੁਸਤਾਨ ਦੀ ਹਕੂਮਤ ਜਿਸ ਕਿਸਮ ਦਾ ਪ੍ਰੋਪੇਗੈਂਡਾ ਬਾਹਰਲੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਕਰ ਰਹੀ ਹੈ ਜੀ, ਲੇਕਿਨ ਇਸ ਦੇ ਬਾਵਜੂਦ ਇਹ ਆਵਾਜ਼ ਹੋਰ ਵੀ ਬੁਲੰਦੀਆਂ ਨੂੰ ਛੋਹ ਰਹੀ ਹੈ। 5 ਤਰੀਕ ਨੂੰ ਯਾਨੀ ਕਿ ਸੰਡੇ ਸੈਨ ਫਰਾਂਸਿਸਕੋ ਵਿਖੇ ਸਾਰੇ ਕੈਲੀਫੋਰਨੀਆ ਦੇ ਗੁਰਦੁਆਰਿਆਂ ਵੱਲੋਂ, ਜਿਨ੍ਹਾਂ ਵੱਲੋਂ ਬੱਸਾਂ ਦੇ ਵਿੱਚ ਸੰਗਤਾਂ ਆ ਰਹੀਆਂ ਨੇ,
ਔਰ ਉੱਥੇ ਜਿਸ ਨੂੰ ਟ੍ਰੇਨ ਨੂੰ ਬਾਟ ਕਹਿੰਦੇ ਨੇ ਉਹਦੇ ਰਾਹੀਂ ਵੀ ਸਿੱਖ ਸੰਗਤਾਂ ਪਹੁੰਚਦੀਆਂ ਨੇ, ਬਹੁਤ ਵੱਡਾ ਇਕੱਠ ਹੁੰਦਾ ਜੀ ਉਹ ਵੀ ਜਿੱਥੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਹੈ। ਉੱਥੇ ਘੱਲੂਘਾਰਾ 84 ਦੀ ਯਾਦ ਔਰ ਖ਼ਾਸ ਤੌਰ ਤੇ ਆਪਣੀ ਆਜ਼ਾਦੀ ਲਈ ਪੇਸ਼ਕਦਮੀ ਇਹ ਉਸ ਦਾ ਮੁੱਖ ਪਾਰਟ ਹੋਏਗਾ। ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਸੈਨੇਟ ਦੇ ਵਿੱਚ ਹੀਅਰਿੰਗ ਹੋਈ ਔਰ ਜਿਹੜੀ ਜਾਣਕਾਰੀ ਸਾਡੇ ਕੋਲ ਹੈ ਉਹਦੇ ਮੁਤਾਬਕ 8 ਤਰੀਕ ਨੂੰ ਜਦੋਂ ਕਿ ਮੋਦੀ ਨੇ ਆਣਾ ਉਸ ਦੇ ਬਾਅਦ ਪ੍ਰੋਟੈਸਟ ਜ਼ੋਰਦਾਰ ਮਾਰਚ ਉਹ ਤਾਂ ਹੈ ਹੀ ਹੈ ਜੀ, ਲੇਕਿਨ 7 ਜੂਨ ਨੂੰ ਟੌਮ ਲੈਂਟੋਸ ਕਮਿਸ਼ਨ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਦਾ ਜਿਹੜਾ ਹੈ ਉਹ ਟੌਮ ਲੈਂਟੋਸ ਕਾਂਗਰਸਮੈਨ ਸੀ, ਉਹਦੇ ਨਾਂ ਤੇ ਟੌਮ ਲੈਂਟੋਸ ਕਮਿਸ਼ਨ ਵੱਲੋਂ ਸਪੈਸ਼ਲ ਜਿਹੜੀ ਹੈ ਹੀਅਰਿੰਗ ਹੋ ਰਹੀ ਹੈ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ ਔਰ ਉਹਦੇ ਵਿੱਚ ਸਿੱਖ ਨੁਮਾਇੰਦਗੀ ਵੀ ਪੂਰੀ ਹੋਏਗੀ। ਪੂਰਾ ਜਿਹੜਾ ਹੈ ਉਸ ਨੂੰ ਟੈਸਟੀਫਾਈ ਵੀ ਕੀਤਾ ਜਾਏਗਾ ਉਸ ਕਮਿਸ਼ਨ ਦੇ ਸਾਹਮਣੇ ਸਿੱਖਾਂ ਵੱਲੋਂ ਜੀ, ਔਰ ਸਕਾਲਰਲੀ ਪ੍ਰੈਜੈਂਟੇਸ਼ਨ ਵੀ ਹੋਏਗੀ। ਇਹਦੇ 'ਚ ਇਸ ਤੋਂ ਪਹਿਲਾਂ ਕਿ ਅਸੀਂ 32 ਸਾਲ ਪਹਿਲਾਂ ਦੇ ਉਸ ਘੱਲੂਘਾਰੇ ਦੇ ਹੋਰ ਵੇਰਵੇ ਵੱਲ ਜਾਈਏ, ਹਾਲਾਂ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਮੁੱਖ ਤੌਰ ਤੇ ਜਿਹਨੂੰ ਤੁਸੀਂ ਸਿਨੋਪਸਿਸ ਕਹਿੰਦੇ ਹੋ ਜਾਂ ਪੰਛੀ ਝਾਤ, ਉਸ ਦੇ ਵਿੱਚ ਅਸੀਂ ਆਲਮੋਸਟ ਬਹੁਤ ਸਾਰੇ ਆਸਪੈਕਟ ਕਵਰ ਕੀਤੇ ਸੀ। ਜੀ, ਇਸ ਲਈ ਸਾਡੇ ਸਾਹਮਣੇ ਇਹ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜਿਉਂ-ਜਿਉਂ ਜਿਹੜਾ 6 ਜੂਨ ਨੇੜੇ ਆ ਰਿਹਾ ਜਿਸ ਦਿਨ ਮੁੱਖ ਸਮਾਗਮ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੁੰਦਾ ਹੈ, ਕਿਉਂਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਜਿੱਥੇ 3 ਜੂਨ ਜਿਹੜਾ ਘੇਰਾਬੰਦੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ 4 ਜੂਨ, ਕਿਉਂਕਿ 3 ਜੂਨ ਮਿਡਨਾਈਟ ਤੋਂ ਬਾਅਦ ਪਹਿਲਾ ਗੋਲਾ ਜਿਹੜਾ ਹੈ ਉਹ ਵੱਜਦਾ ਆ ਕੇ, ਸੋ 4 ਜੂਨ ਘੱਲੂਘਾਰਾ ਦਿਵਸ ਜਾਣਿਆ ਜਾਂਦਾ ਹੈ ਤੇ 6 ਜੂਨ ਕਿਉਂਕਿ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਜਦੋਂ ਕਿ ਟੈਂਕ ਅੰਦਰ ਆਉਂਦੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸ਼ਹਾਦਤ ਹੁੰਦੀ ਹੈ। ਸੋ ਮੁੱਖ ਸਮਾਗਮ ਅਖੰਡ ਪਾਠ ਸਾਹਿਬ 4 ਨੂੰ ਆਰੰਭ ਹੋ ਜਾਂਦੇ ਨੇ ਝੰਡਾ ਬੁੰਗਾ ਵਿਖੇ, 6 ਨੂੰ ਸਮਾਪਤੀ ਹੁੰਦੀ ਹੈ ਔਰ ਉੱਥੇ ਜਿਹੜਾ ਖੁੱਲ੍ਹਾ ਸਮਾਗਮ ਹੁੰਦਾ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਬੜੀ ਪਲੈਨਡ ਤਰੀਕੇ ਦੇ ਨਾਲ ਉੱਥੇ ਨੌਜਵਾਨਾਂ ਦੇ ਆਉਣ ਨੂੰ ਰੋਕਣ ਲਈ ਵੀ ਪਹਿਲਾਂ ਇੱਕ ਡਰ ਪੈਦਾ ਕੀਤਾ ਜਾਂਦਾ ਹੈ ਔਰ ਆਉਣ ਤੋਂ ਬਾਅਦ ਉਹਨਾਂ ਦੇ ਨਾਲ ਜਿਸ ਕਿਸਮ ਦੀ ਬਦਸਲੂਕੀ ਕੀਤੀ ਜਾਂਦੀ ਹੈ ਟਾਸਕ ਫੋਰਸ ਦੇ ਨਾਂ ਥੱਲੇ ਜੋ ਕੁਝ ਹੁੰਦਾ ਹੈ। ਅੱਜ ਮੈਂ ਸਗੋਂ ਕੁਇਕਲੀ ਕਿਉਂਕਿ ਅੱਜ ਸਵੇਰ ਤੋਂ ਜਿਹੜੇ ਅਸੀਂ ਨੌਜਵਾਨ ਵੀਰ ਦਵਿੰਦਰ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਸੀ, ਯੋਧਾਂ ਦਾ ਜਿਹੜੇ ਇੱਕ ਹਥਿਆਰੇ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ, ਉਹਨਾਂ ਦੀ ਕ੍ਰਿਮੇਸ਼ਨ ਸੀ ਅੱਜ ਔਰ ਅਰਦਾਸ ਸੀ ਗੁਰਦੁਆਰਾ ਸਿੰਘ ਸਭਾ ਕਾਟਰੇਟ। ਸੋ ਅਸੀਂ ਉਹਦੇ 'ਚ ਪਾਰਟਿਸਿਪੇਟ ਕੀਤਾ ਔਰ ਮੈਂ ਥੋੜ੍ਹੀ ਦੇਰ ਪਹਿਲਾਂ ਹੀ ਵਾਪਸ ਆਇਆ। ਸੋ ਕੁਇਕਲੀ ਜਿਹੜੀਆਂ ਖਬਰਾਂ ਮੈਂ ਦੇਖ ਸਕਿਆ ਕਿ ਬਾਦਲ ਨੇ ਇਨਵਾਈਟ ਬਾਦਲ ਸਰਕਾਰ ਨੇ ਕੀਤਾ ਹੈ ਜਿਹੜੀਆਂ ਧਿਰਾਂ ਉੱਥੇ ਜਿਹੜਾ ਇਸ ਦਿਨ ਨੂੰ ਕਮੈਮੋਰੇਟ ਕਰਦੀਆਂ ਨੇ ਕਿ 6 ਜੂਨ ਕਿਵੇਂ ਪੀਸਫੁਲੀ ਲੰਘੇ, ਉਸ ਦੇ ਲਈ ਉਹਨਾਂ ਦੇ ਨਾਲ ਮੀਟਿੰਗ ਰੱਖੀ ਹੈ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ। ਹਾਲਾਂਕਿ ਜਿਹੜੀਆਂ ਧਿਰਾਂ ਨੂੰ ਸੱਦਿਆ ਗਿਆ ਉਹਨਾਂ ਦਾ ਕਹਿਣਾ ਹੈ ਵੀ ਸਾਡੀ ਤਾਂ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਟਕਰਾਅ ਨਾ ਹੋਏ, ਸ਼ਾਂਤਮਈ ਢੰਗ ਦੇ ਨਾਲ ਗੱਲ ਹੋਏ, ਪਰ ਇਸ ਵਾਰ ਜਿੱਥੇ ਇੱਕ ਪਾਸੇ ਫੜੋ-ਫੜੀ ਦਾ ਦੌਰ ਵੀ ਸ਼ੁਰੂ ਹੈ ਔਰ ਜਿਵੇਂ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਮੱਕੜ ਨੇ ਐਲਾਨ ਕੀਤਾ ਕਿ ਜੀ ਜਥੇਦਾਰ ਗੁਰਬਚਨ ਸਿੰਘ ਉੱਥੇ ਐਡਰੈਸ ਕਰੇਗਾ ਔਰ ਇਸ ਦੇ ਨਾਲ ਹੀ ਜਿਹੜੀ ਇੱਕ ਯੂਥ ਫੈਡਰੇਸ਼ਨ ਨੇ ਉਹਨਾਂ ਦੀ ਸਟੇਟਮੈਂਟ ਆ ਗਈ ਕਿ ਉਹਨੂੰ ਨਹੀਂ ਬੋਲਣ ਦਿੱਤਾ ਜਾਏਗਾ। ਫਿਰ ਫੜੋ-ਫੜੀ ਵੀ ਸ਼ੁਰੂ ਹੋ ਗਈ ਔਰ ਦਲ ਖਾਲਸਾ ਵੱਲੋਂ ਜਿਹੜਾ ਹੈ ਇਸ ਦਿਨ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜੈਨੋਸਾਈਡ ਮਾਰਚ ਵੀ ਜਿਹੜਾ ਹੈ ਸ਼ਾਇਦ ਉਹ 3 ਤਰੀਕ ਦਾ ਰੱਖਿਆ ਹੋਇਆ ਹੈ। ਸੋ ਇਹ ਸਾਰੇ ਨੂੰ ਔਰ ਆਲਰੇਡੀ ਫੌਜ ਔਰ ਪੈਰਾਮਿਲਟਰੀ ਫੋਰਸਿਸ ਪੰਜਾਬ ਨੂੰ ਉਹਨਾਂ ਨੇ ਘੇਰਿਆ ਹੋਇਆ ਔਰ ਪੂਰੀ ਉਹਨਾਂ ਦੀ ਮੁਦਾਖਲਤ ਹੈ। ਸੋ ਇਸ ਸਭ ਲਈ ਸਾਨੂੰ ਇਸ ਗੱਲ ਦਾ ਫਿਕਰ ਹੈ ਕਿ ਇਹ ਦਿਨ ਸ਼ਾਂਤਮਈ ਤਰੀਕੇ ਨਾਲ ਗੁਜ਼ਰ ਜਾਏ ਕਿਉਂਕਿ ਦੁਸ਼ਮਣ ਬਾਤ ਕਰੇ ਅਨਹੋਣੀ, ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿਉਂਕਿ ਇਸ ਈਵ ਤੇ ਜਿਵੇਂ ਉਹਨਾਂ ਨੇ ਕੈਨੇਡਾ ਦੇ ਨੌਜਵਾਨ ਨੂੰ ਮਿਸਟਰ ਅਸਦਾਰ ਨਿੱਜਰ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਮਨਦੀਪ ਸਿੰਘ ਅਸੀਂ ਸਾਰਾ ਕੱਲ ਜ਼ਿਕਰ ਕੀਤਾ ਸੀ ਔਰ ਸਿਕਸ ਫਾਰ ਜਸਟਿਸ ਨੇ ਆਲਰੇਡੀ ਇਸ ਗੱਲ ਨੂੰ ਸਮਝਦੇ ਆ ਕਿ ਵੀ ਕੱਲ ਨੂੰ ਜਦੋਂ ਇਹ ਇੰਡੀਅਨ ਗਵਰਨਮੈਂਟ ਇਸ ਕਿਸਮ ਦੀ ਇਲਜ਼ਾਮਬਾਜ਼ੀ ਕਰਦੀ ਹੈ ਫਿਰ ਇੰਟਰਪੋਲ ਨੂੰ ਸਾਊਂਡ ਕਰ ਦਿੱਤਾ ਜਾਂਦਾ ਹੈ ਔਰ ਇੰਟਰਪੋਲ ਜਿਹੜੀ ਹੈ ਉਹ ਕਿਤੇ ਵੀ ਜ਼ਰੂਰੀ ਨਹੀਂ ਕਿ ਟਰੈਵਲ ਕਰਨ ਲੱਗਿਆ ਹੀ ਉਹਨਾਂ ਨੇ ਚੁੱਕਣਾ ਹੁੰਦਾ ਹੈ, ਉਹ ਈਵਨ
ਕਿਸੇ ਵੀ ਜਿਹੜੀ ਵੀ ਗਵਰਨਮੈਂਟ ਦੇ ਜਾਂ ਜਿਸ ਮੁਲਕ ਦੇ ਵਿੱਚ ਕੋਈ ਬੰਦਾ ਰਹਿ ਰਿਹਾ ਹੁੰਦਾ ਉਹਨਾਂ ਤੋਂ ਵੀ ਉਹਨਾਂ ਦੀ ਗ੍ਰਿਫਤਾਰੀ ਕਰਵਾ ਸਕਦੇ ਨੇ। ਸੋ ਇਸ ਗੱਲ ਦੇ ਮੱਦੇਨਜ਼ਰ ਉਹਨਾਂ ਨੇ ਪਹਿਲਾਂ ਹੀ ਇਸ ਦੇ ਉੱਤੇ ਆਪਣੀ ਸਟ੍ਰੈਟਜੀ ਬਣਾਈ ਹੈ ਔਰ ਅਸੀਂ ਸਮਝਦੇ ਹਾਂ ਵੀ ਇਹ ਜਿੱਥੇ ਚਾਰ ਚੁਫੇਰੇ ਬਹੁਤ ਜ਼ਿਆਦਾ 32ਵੀਂ ਯਾਦ ਜਿਹੜੀ ਹੈ ਉਹ ਇਸ ਭਾਵਨਾ ਦੇ ਨਾਲ, ਕਿਉਂਕਿ ਇੱਕ ਗੱਲ ਦੀ ਸਾਨੂੰ ਸਮਝ ਆ ਚੁੱਕੀ ਹੈ ਸਿੱਖਾਂ ਨੂੰ ਜਿਹੜੇ ਖਾਸ ਤੌਰ ਤੇ 4 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਕਿ ਅਲਟੀਮੇਟਲੀ ਇਸ ਦਾ ਜਵਾਬ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਇਹ ਸ਼ਬਦ ਨੇ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਤੇ ਹੁਣ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਸ ਲਈ ਜਿੰਨੀਆਂ ਮਰਜ਼ੀ ਰੁਕਾਵਟਾਂ ਜਾਂ ਖੱਬੇ ਸੱਜੇ ਕੋਈ ਨਾ ਕੋਈ ਚਾਲਸਾਜ਼ੀ ਜਾਲਸਾਜ਼ੀ ਦੀ ਕੋਸ਼ਿਸ਼ ਹੁੰਦੀ ਹੈ, ਸਿਆਣੇ ਜਿਹੜੇ ਸਿੱਖ ਨੇ ਜਾਂ ਉਹਨਾਂ ਦੀ ਲੀਡਰਸ਼ਿਪ ਹੈ ਥਾਂ ਥਾਂ ਅੱਡ ਅੱਡ ਜਥੇਬੰਦੀਆਂ ਦੇ ਰੂਪ 'ਚ ਉਹ ਪਹਿਲਾਂ ਵਾਰਨ ਕਰ ਦਿੰਦੇ ਨੇ। ਇਸ ਲਈ ਜਿਹੜਾ ਇੰਡੀਅਨ ਏਜੰਸੀਜ਼ ਦੇ ਪ੍ਰਚਾਰ ਪ੍ਰੋਪੇਗੈਂਡਾ ਜਾਂ ਮੀਡੀਆ ਪਲਾਂਟ ਸਟੋਰੀਜ਼ ਦਾ ਅਸਰ ਅੱਜ ਤੋਂ ਕੁਝ ਸਾਲ ਪਹਿਲਾਂ ਹੁੰਦਾ ਸੀ ਉਹ ਖਤਮ ਹੋ ਗਿਆ ਔਰ ਇਹੀ ਕਾਰਨ ਹੈ ਕਿ ਸਰਦਾਰ ਨਿੱਜਰ ਦਾ ਜਦੋਂ ਨਾਂ ਲਿਆਂਦਾ ਗਿਆ ਇੱਕਦਮ ਈਵਨ ਕੈਨੇਡੀਅਨ ਗਵਰਨਮੈਂਟ ਜਾਂ ਉਹਨਾਂ ਦੇ ਮਿਨਿਸਟਰਸ ਨੇ ਵੀ ਉਹ ਕੋਈ ਜੰਪ ਨਹੀਂ ਕੀਤਾ, ਉਹਨਾਂ ਨੇ ਬੜਾ ਰੀਜ਼ਨੇਬਲ ਜਵਾਬ ਦਿੱਤਾ ਹੈ ਕਿ ਭਾਈ ਅਸੀਂ ਹਰ ਇੱਕ ਦੇ ਉੱਤੇ ਅੱਖ ਰੱਖਦੇ ਹਾਂ ਔਰ ਇਹ ਸਾਨੂੰ ਫਿਕਰ ਹੈ ਵੀ ਅਸੀਂ ਕੀ ਕਰਨਾ। ਸੋ ਇਹ ਵੀ ਇੱਕ ਕਿਸਮ ਦਾ ਸਨੱਬ ਹੁੰਦਾ ਹੈ, ਹਾਲਾਂਕਿ ਉਹਨੂੰ ਪੰਜਾਬੀ ਮੀਡੀਆ ਕਈ ਵਾਰੀ ਉਸ ਨੂੰ ਵੀ ਜਿਹੜਾ ਉਹ ਡਿਫਰੈਂਟ ਬਣਾ ਦਿੰਦਾ। ਸੋ ਕੁੱਲ ਮਿਲਾ ਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਲਈ ਇਹ ਗੱਲ ਅਹਿਮੀਅਤ ਰੱਖਦੀ ਹੈ ਕਿ ਜਿੱਥੇ ਸਾਡੀ ਇਹ ਘੱਲੂਘਾਰੇ ਦੀ ਪੀੜ ਹੈ ਉਸ ਨੂੰ ਉਸ ਸੈਂਸ ਦੇ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਔਰ ਜਿਹੜਾ ਐਫਰਟ ਜਿਵੇਂ ਸਿੱਖਸ ਫਾਰ ਜਸਟਿਸ ਨੇ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤਾ ਹੈ ਔਰ ਕੁਝ ਇੰਡੀਪੈਂਡੈਂਟ ਨੇ ਵੀ ਜਿਵੇਂ ਕੈਲੀਫੋਰਨੀਆ ਅਸੈਂਬਲੀ ਸੈਨੇਟ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਦੇ ਤੌਰ ਤੇ ਜਿਹੜਾ ਹੈ ਉਹ ਮਾਨਤਾ ਦਿਵਾਉਣ ਵੱਲ ਪੇਸ਼ਕਦਮੀ ਜਾਂ ਫਿਰ ਉਹ ਛੋਟੇ ਛੋਟੇ ਸ਼ਹਿਰਾਂ ਤੋਂ ਲੈ ਕੇ ਉਹ ਸਿਟੀ ਆਫ ਹਾਰਵੀ ਹੋਏ ਸਟਾਕਟਨ ਹੋਏ ਲੈਥਰੋਪ ਹੋਏ ਉਹਨਾਂ ਸਿਟੀ ਕੌਂਸਲਸ ਵੱਲੋਂ ਨਵੰਬਰ 84 ਨੂੰ ਜਿਹੜਾ ਹੈ ਨਸਲਕੁਸ਼ੀ ਦੇ ਤੌਰ ਤੇ ਉੱਤੇ ਰੈਕਗਨਾਈਜ਼ ਕਰਨਾ। ਸੋ ਇਹ ਸਾਰੇ ਐਫਰਟ ਅਲਟੀਮੇਟਲੀ ਵਕਤ ਲੱਗਦਾ ਹੁੰਦਾ ਔਰ ਕਈ ਵਾਰ ਸਾਡੇ ਜਿਹੜੇ ਕੁਝ ਭੁੱਲਣ ਦੀ ਸਲਾਹ ਦਿੰਦੇ ਨੇ ਜਾਂ ਜਿਹੜੇ ਜਿਨ੍ਹਾਂ ਨੇ ਖੁਦ ਕੰਪਰੋਮਾਈਜ਼ ਕੀਤੀ ਹੋਈ ਹੈ ਪੋਜੀਸ਼ਨ ਉਹ ਇਹ ਭੁੱਲ ਜਾਂਦੇ ਨੇ ਕਿ ਕੱਲਾ ਇਹ ਨਹੀਂ ਅਸੀਂ ਤਾਂ ਵੈਸੇ ਹੀ ਬੇਕਰੀ ਕੌਮ ਹੈ ਪਰ ਜਿਨ੍ਹਾਂ ਕੌਮਾਂ ਦੇ ਨਾਲ ਜਿਵੇਂ 20ਵੀਂ ਸਦੀ ਦਾ ਇੱਕ ਬਹੁਤ ਜਿਹੜਾ ਮਾੜਾ ਵਰਤਾਰਾ ਜਿਸ ਕੌਮ ਨਾਲ ਹੋਇਆ ਉਹ ਭਾਵੇਂ ਈਸਾਈ ਧਰਮ ਨੂੰ ਮੰਨਣ ਵਾਲੇ ਨੇ ਅਰਮੀਨੀਅਨ ਕਿਉਂਕਿ ਆਟੋਮੈਨ ਅੰਪਾਇਰ ਜਿਹਦਾ ਅੱਜ ਰਹਿੰਦ ਖੂੰਦ ਟਰਕੀ ਮੁਲਕ ਹੈ ਜਾਂ ਜਿਹਨੂੰ ਜਿੱਥੋਂ ਦੇ ਵਸਨੀਕਾਂ ਨੂੰ ਤੁਰਕ ਕਹਿੰਦੇ ਨੇ ਜਾਂ ਤੁਰਕੀ ਕਿਹਾ ਜਾਂਦਾ ਸੀ, ਉਹਨਾਂ ਦੀ ਤੁਰਕੀ ਜ਼ਬਾਨ ਹੀ ਉਰਦੂ ਦਾ ਬਹੁਤ ਸਾਰਾ ਹਿੱਸਾ ਤੁਰਕੀ ਜ਼ਬਾਨ ਹੈ ਔਰ ਪਹਿਲੀ ਸੰਸਾਰ ਜੰਗ ਵੇਲੇ ਜਿਹੜੀ 1914 ਤੋਂ 1919 ਤੱਕ ਹੋਈ ਉਸ ਦੇ ਵਿੱਚ ਟਰਕੀ ਔਰ ਜਰਮਨ ਇਹ ਸਾਥੀ ਸਨ ਔਰ ਮਿਡਲ ਈਸਟ ਸਾਰਾ ਲਗਭਗ 600 ਸਾਲ ਤੋਂ ਆਟੋਮਨ ਅੰਪਾਇਰ ਦੇ ਥੱਲੇ ਸੀ। ਉਸ ਪੀਰੀਅਡ ਦੇ ਵਿੱਚ ਕਿਉਂਕਿ ਤੁਰਕਾਂ ਦੇ ਰਾਜ ਜਿੱਥੇ ਅਸੀਂ ਤੁਰਕ ਰਾਜ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਾਡੇ ਗੁਰੂ ਸਾਹਿਬਾਨ ਦੇ ਪੀਰੀਅਡ ਦੀਆਂ ਉਹ ਯਾਦਾਂ ਸ਼ਹਾਦਤਾਂ ਕਿਉਂਕਿ ਇਹਨਾਂ ਦਾ ਹੀ ਸਾਰੀਆਂ ਉਹ ਬ੍ਰਾਂਚਿਸ ਸੀ, ਕੋਈ ਇੱਧਰ ਚਲਾ ਗਿਆ ਕੋਈ ਉੱਧਰ ਚਲਾ ਗਿਆ ਜੀ ਔਰ ਉਸ ਜੰਗ ਦੇ ਵੇਲੇ ਜਿਹੜਾ ਅਰਮੀਨੀਅਨ ਲੋਕਾਂ ਦਾ ਜਿਹੜਾ ਕਿ ਆਟੋਮਨ ਅੰਪਾਇਰ ਦਾ ਹਿੱਸਾ ਸੀ ਕਾਫੀ ਨੁਕਸਾਨ ਹੋਇਆ। ਉਹਨਾਂ ਦਾ ਇਹ ਕਹਿਣਾ ਕਿ ਭਾਈ 1.5 ਮਿਲੀਅਨ ਵੀ 15 ਲੱਖ ਸਾਡੇ ਲੋਕ ਜਿਹੜੇ ਨੇ ਉਹ ਆਟੋਮਨ ਅੰਪਾਇਰ ਨੇ ਮਾਰੇ ਜੀ ਔਰ ਉਹ ਉਦੋਂ ਤੋਂ ਲੈ ਕੇ ਜਦੋਂ ਫਿਰ ਖਤਮ ਹੋਇਆ ਜੰਗ ਫਿਰ ਦੂਸਰੀ ਸੰਸਾਰ ਜੰਗ ਵੀ ਹੋ ਹਟੀ 1939 ਤੋਂ 1945 ਉਦੋਂ ਤੱਕ ਟਰਕੀ ਦਾ ਕੋਈ ਬਹੁਤਾ ਰੋਲ ਨਹੀਂ ਸੀ ਰਹਿ ਗਿਆ ਕਿਉਂਕਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਬਹੁਤ ਸਾਰੇ ਇਲਾਕੇ ਉਹਦੇ ਤੋਂ ਖੁੱਸ ਗਏ ਔਰ ਉਹ ਟਰਕੀ ਆਪਣੇ ਆਪ ਨੂੰ ਬਿਲਡ ਕਰਨ ਲੱਗਾ। ਲੇਕਿਨ ਇਹ ਗੱਲ ਅਰਮੀਨੀਆ ਦੇ ਲੋਕਾਂ ਨੇ ਭੁੱਲੀ ਨਹੀਂ ਇੱਕ ਸਦੀ ਬਾਅਦ ਵੀ। ਹੁਣ 2016 ਹੈ ਅਸੀਂ 1914 ਦੀ ਗੱਲ ਕਰ ਰਹੇ ਜੀ ਕਿ ਬਈ ਜੋ ਸਾਡੇ ਨਾਲ ਹੋਇਆ ਸੀ ਅਸੀਂ ਇਸ ਨੂੰ ਨਸਲਕੁਸ਼ੀ ਰੈਕਗਨਾਈਜ਼ ਕਰਵਾਉਣਾ ਔਰ ਹੁੰਦਾ ਇਹ ਰਿਹਾ ਇੱਥੇ ਵੀ ਫੋਰਡਮ ਯੂਨੀਵਰਸਿਟੀ ਹੈ ਜਿਹਦੇ ਨਾਲ ਮਿਲ ਕੇ ਅਸੀਂ ਵੌਇਸ ਫਾਰ ਫਰੀडम ਥੱਲੇ 2-3 ਸਾਲ ਸੈਮੀਨਾਰ ਵੀ ਕਰਵਾਉਂਦੇ ਰਹੇ। 20th ਸੈਂਚੁਰੀ ਜੈਨੋਸਾਈਡਸ ਉੱਥੇ ਅਰਮੀਨੀਅਨ ਜੈਨੋਸਾਈਡ ਦੀ ਗੱਲ ਹੁੰਦੀ ਸੀ, ਸਿੱਖ ਜੈਨੋਸਾਈਡ ਦੀ ਸੀ, ਜੂਇਸ਼ ਜੈਨੋਸਾਈਡ ਜਾਂ ਹੋਲੋਕਾਸਟ ਦੀ ਸੀ ਜੀ ਔਰ ਇਸ ਤੋਂ ਇਲਾਵਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਕਿਉਂਕਿ ਅਰਮੀਨੀਅਨ ਲੌਬੀ ਕ੍ਰਿਸਚਨ ਨੇ ਔਰ ਇੱਥੇ ਹੁਣ ਅਰਮੀਨੀਆ ਇੱਕ ਅਲੱਗ ਮੁਲਕ ਵੀ ਬਣ ਚੁੱਕਾ ਹੈ ਕਿਉਂਕਿ ਅਰਮੀਨੀਆ ਨੂੰ ਸੋਵੀਅਤ ਯੂਨੀਅਨ ਨੇ ਦੱਬ ਲਿਆ ਸੀ ਔਰ ਹੁਣ ਉਹ ਅਲੱਗ ਮੁਲਕ ਹੈ।
ਸੋ ਇੱਥੇ ਵੀ ਇਹ ਹੁੰਦਾ ਰਿਹਾ ਵੀ ਜਦੋਂ ਉਹਨਾਂ ਨੇ ਕੋਈ ਜੈਨੋਸਾਈਡ ਦੇ ਉੱਤੇ ਕਾਨਫਰੰਸ ਰੱਖਣੀ ਤੇ ਉਹਦੇ 'ਚ ਆ ਕੇ ਜਿਹੜੇ ਟਰਕੀ ਦੀ ਐਮਬੈਸੀ ਦੇ ਬੰਦੇ ਗੜਬੜ ਕਰਨ ਲੱਗ ਜਾਂਦੇ ਸੀ ਜਾਂ ਚੈਲੰਜ ਕਰਦੇ ਸੀ ਕਿ ਨਹੀਂ ਇਹ ਝੂਠ ਹੈ, ਇਹ ਬਿਲਕੁਲ ਨਹੀਂ ਹੋਇਆ। ਹੁਣ ਇਹਦੇ ਬਾਵਜੂਦ ਕਿ ਇਨਫਲੂਐਂਸ ਇੰਨਾ ਜ਼ਿਆਦਾ ਹੈ ਟਰਕੀ ਦਾ ਕਿ ਪ੍ਰੈਜ਼ੀਡੈਂਟ ਓਬਾਮਾ ਜਦੋਂ ਇਹਨੇ ਪਹਿਲੀ ਟਰਮ ਲਈ ਰਨ ਕਰਨਾ ਸੀ, ਅਜੇ ਪ੍ਰੈਜ਼ੀਡੈਂਟ ਬਣਿਆ ਨਹੀਂ ਸੀ, ਕੈਂਪੇਨ 'ਚ ਇਹਨੇ ਪ੍ਰੋਮਿਸ ਕੀਤਾ ਸੀ ਕਿ ਜੇ ਮੈਂ ਪ੍ਰੈਜ਼ੀਡੈਂਟ ਬਣ ਗਿਆ ਤੇ ਅਰਮੀਨੀਅਨ ਜੈਨੋਸਾਈਡ ਨੂੰ ਮੈਂ ਰੈਕਗਨਾਈਜ਼ ਕਰਵਾਵਾਂਗਾ। ਲੇਕਿਨ ਜਦੋਂ ਬਣਿਆ, ਭਾਵੇਂ ਉਹਨੇ ਇਹ ਕਿਹਾ ਜੀ ਦੋਨੋਂ ਪਾਸੇ ਦੇ ਹਿਸਟੋਰੀਅਨਸ ਦੀ ਮੀਟਿੰਗ ਹੋਏ, ਇੱਕ ਮੋਨੂਮੈਂਟ ਬਣ ਜਾਏ, ਇੱਕ ਫਰਾਣਾ ਹੋ ਜਾਏ, ਢਿਮਕਾ ਹੋ ਜਾਏ ਜੀ, ਲੇਕਿਨ 100 ਸਾਲ ਬਾਅਦ ਵੀ ਅਰਮੀਨੀਆ ਦੇ ਲੋਕਾਂ ਨੇ ਆਪਣਾ ਯਤਨ ਛੱਡਿਆ ਨਹੀਂ ਹੈ ਕਿ ਉਹਨਾਂ ਨੇ ਜੋ ਉਹਨਾਂ ਨਾਲ 100 ਸਾਲ ਪਹਿਲਾਂ ਵਾਪਰਿਆ ਉਸ ਨੂੰ ਜੈਨੋਸਾਈਡ ਰੈਕਗਨਾਈਜ਼ ਕਰਵਾਉਣਾ। ਔਰ ਇਸ ਵੇਲੇ ਦੁਨੀਆ ਦੇ ਲਗਭਗ 20 ਦੇਸ਼ ਐਸੇ ਨੇ ਜਿਨ੍ਹਾਂ ਨੇ ਇਸ ਜੈਨੋਸਾਈਡ ਨੂੰ ਮਾਨਤਾ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਜਿਹੜਾ ਮੁੱਖ ਤੌਰ ਦੇ ਉੱਤੇ ਰਸ਼ੀਆ ਵੀ ਹੈ ਔਰ ਵੱਡੇ ਪਾਵਰਫੁਲ ਮੁਲਕ ਨੇ, ਫਰਾਂਸ ਹੈ, ਜਰਮਨੀ ਹੈ, ਰਸ਼ੀਆ ਹੈ। ਹੁਣ ਜਰਮਨੀ ਪਹਿਲਾ ਮੁਲਕ, ਪਹਿਲਾਂ ਤਾਂ ਜਰਮਨੀ ਦੀ ਵੈਸੇ ਸਿੰਪਥੀ ਸੀ ਔਰ ਹੈਰਾਨੀ ਇਸ ਗੱਲ ਦੀ ਨਹੀਂ ਹੋਣੀ ਚਾਹੀਦੀ ਕਿ ਈਵਨ ਉਸ ਜੈਨੋਸਾਈਡ ਦੇ ਵੇਲੇ ਜਰਮਨੀ ਔਰ ਆਟੋਮਨ ਅੰਪਾਇਰ ਇਕੱਠੇ ਸੀ। ਸੋ ਜਦੋਂ ਜਰਮਨੀ ਨੇ ਇਸ ਗੱਲ ਨੂੰ ਮਾਨਤਾ ਦਿੱਤੀ, ਉਹਨਾਂ 'ਚ ਗਿਲਟ ਵੀ ਸੀ ਕਿ ਬਈ ਆਟੋਮਨ ਅੰਪਾਇਰ ਨੇ ਇਹ ਕੰਮ ਕੀਤਾ ਤੇ ਅਸੀਂ ਰੋਕਿਆ ਕਿਉਂ ਨਹੀਂ। ਔਰ ਮੈਂ ਜਦੋਂ ਅਸੀਂ ਇਹ 32ਵੀਂ ਘੱਲੂਘਾਰਾ ਯਾਦ ਦੀ ਗੱਲ ਕਰ ਰਹੇ ਹਾਂ ਤੇ ਇਹ ਅੱਜ ਦੀ ਖਬਰ ਹੀ ਸੀ ਕਿ ਵੀ ਜਰਮਨ ਐਮਪੀਜ਼ ਰੈਕਗਨਾਈਜ਼ ਅਰਮੀਨੀਅਨ ਜੈਨੋਸਾਈਡ ਐਮਿਡ ਟਰਕਿਸ਼ ਫਰੀ। ਹੁਣ 100 ਸਾਲ ਬਾਅਦ ਜਰਮਨ ਦੀ ਪਾਰਲੀਮੈਂਟ 'ਚ ਕੱਲ ਇਹ ਰੈਜ਼ੋਲੂਸ਼ਨ ਮੂਵ ਹੋਇਆ ਕਿ ਭਾਈ 100 ਸਾਲ ਪਹਿਲਾਂ ਜੋ ਅਰਮੀਨੀਆ ਦੇ ਲੋਕਾਂ ਨਾਲ ਹੋਇਆ ਸੀ ਉਹ ਨਸਲਕੁਸ਼ੀ ਸੀ। ਹਾਲਾਂਕਿ ਟਰਕੀ ਔਰ ਜਰਮਨ ਦੀ ਰਿਲੇਸ਼ਨਸ਼ਿਪ ਬਹੁਤ ਚੰਗੀ ਹੈ, ਫਸਟ ਵਰਲਡ ਵਾਰ ਵੇਲੇ ਅਲਾਈ ਸੀ, ਹੁਣ ਵੀ ਬਹੁਤ ਸਾਰੀ ਯੂਰਪ ਦੇ ਵਿੱਚ ਸਭ ਤੋਂ ਕਲੋਜ਼ ਟਰਕੀ ਦੇ ਨਾਲ ਜਰਮਨ ਹੈ। ਔਰ ਇਸ ਵੇਲੇ ਜਿਹੜਾ ਮਿਡਲ ਈਸਟ ਕ੍ਰਾਈਸਿਸ ਚੱਲਿਆ ਹੋਇਆ ਜਿੱਥੇ ਕਿ ਕਿਵੇਂ ਸੀਰੀਆ ਚੋਂ ਦੂਜੇ ਰਿਫਿਊਜੀ ਆ ਰਹੇ ਨੇ, ਸਭ ਤੋਂ ਵੱਡਾ ਬੇਸ਼ੱਕ ਜਰਮਨ ਨੇ ਲਗਭਗ 1.5 ਮਿਲੀਅਨ ਰਿਫਿਊਜੀ ਆਪਣੇ ਕੋਲ ਵੀ ਲਏ ਨੇ, ਸਾਰੇ ਮੁਸਲਮਾਨ ਨੇ ਲਗਭਗ, ਲੇਕਿਨ ਦੂਸਰੇ ਪਾਸੇ ਟਰਕੀ ਹੀ ਇੱਕ ਐਸਾ ਮੁਲਕ ਹੈ ਜਿਹਨੂੰ ਯੂਰਪੀਅਨ ਯੂਨੀਅਨ ਪੈਕੇਜ ਦੇ ਰਹੀ ਹੈ ਕਿ ਤੁਸੀਂ ਹੋਰ ਸੀਰੀਅਨ ਰੱਖੋ, ਹੋਰ ਰਿਫਿਊਜੀ ਲਓ। ਇਸ ਸਟੇਜ ਦੇ ਉੱਤੇ ਜਰਮਨ ਦੇ ਐਮਪੀਜ਼ ਵੱਲੋਂ ਜਿਹੜਾ ਇਹਨੂੰ ਮਾਨਤਾ ਦੇਣ ਦਾ ਸੀ ਕਿ ਟਰਕੀ ਨੇ ਇੱਕਦਮ ਆਪਣਾ ਐਮਬੈਸਡਰ ਉੱਥੋਂ ਵਾਪਸ ਬੁਲਾ ਲਏ ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਹਨਾਂ ਨੇ ਕਿਹਾ ਟਰਕੀ ਹੈਜ਼ ਰੀਕਾਲਡ ਇਟਸ ਐਮਬੈਸਡਰ ਐਂਡ ਇਟਸ ਲੀਡਰ ਥ੍ਰੈਟਨਡ ਫਰਦਰ ਐਕਸ਼ਨ। ਉਹਨਾਂ ਨੇ ਕਿਹਾ ਜੀ ਅਸੀਂ ਅੱਗੋਂ ਐਕਸ਼ਨ ਲਵਾਂਗੇ। ਔਰ ਪ੍ਰੈਜ਼ੀਡੈਂਟ ਜਿਹੜਾ ਟਰਕੀ ਦਾ ਉਹਨੇ ਕਿਹਾ the recall was a first step and that the government would consider further action it might take in response to the vote। ਉਹਨੇ ਕਿਹਾ ਜੀ ਇਹ ਜਿਹੜੀ ਵੋਟ ਪਾਈ ਹੈ ਅਸੀਂ ਇਸ ਦੇ ਲਈ ਅੱਗੋਂ ਵੀ ਐਕਸ਼ਨ ਲਾਂਗੇ। ਔਰ ਉਹਨੇ ਜਿਹੜਾ ਟਰਕੀ ਦਾ ਪ੍ਰਾਈਮ ਮਿਨਿਸਟਰ ਹੈ ਉਹਨੇ ਕਿਹਾ ਜੀ ਇਹ ਰੇਸਿਸਟ ਆਰਮੀਨੀਅਨ ਲੌਬੀ ਫਰਦਰ। ਹੁਣ 100 ਸਾਲ ਬਾਅਦ ਵੀ ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਉਹ ਮੰਨਣ ਨੂੰ ਤਿਆਰ ਨਹੀਂ। ਔਰ ਇਹਦਾ ਬੜਾ ਸਿੱਧਾ ਕੰਪੈਰੀਜ਼ਨ ਸਾਡੇ ਘੱਲੂਘਾਰੇ ਨਾਲ ਹੁੰਦਾ ਜਾਂ ਸਿੱਖ ਜੈਨੋਸਾਈਡ ਨਾਲ ਹੁੰਦਾ ਹੈ ਕਿ ਅਜੇ ਤਾਂ ਅਸੀਂ ਭਾਰਤ ਦੇ ਨਕਸ਼ੇ 'ਚ ਫਸੇ ਹੋਏ ਲੜ ਰਹੇ ਹਾਂ, 32 ਸਾਲ ਹੋਏ ਨੇ, ਉਹ ਮੁਆਫੀ ਮੰਗਣ ਨੂੰ ਤਿਆਰ ਨਹੀਂ। ਅਜੇ ਤੱਕ ਪਾਰਲੀਮੈਂਟ 'ਚ ਕੋਈ ਰੈਜ਼ੋਲੂਸ਼ਨ ਨਹੀਂ ਹੋਇਆ ਜਿਹਦੇ 'ਚ ਕਿ ਉਹਨਾਂ ਨੇ ਮੁਆਫੀ ਮੰਗੀ ਹੋਏ। ਲੇਕਿਨ ਇੱਧਰ 100 ਸਾਲ ਬਾਅਦ ਜਦੋਂ ਕਿ ਅਰਮੀਨੀਆ ਇੱਕ ਅਲੱਗ ਮੁਲਕ ਬਣ ਚੁੱਕਾ ਹੈ, 20 ਤੋਂ ਜ਼ਿਆਦਾ ਦੇਸ਼ ਉਹਨਾਂ ਨੂੰ ਮਾਨਤਾ ਦਿੰਦੇ ਨੇ ਜੈਨੋਸਾਈਡ ਨੂੰ, ਅਰਮੀਨੀਅਨ ਨੂੰ। ਅਮਰੀਕਾ ਦੇ ਵਿੱਚ ਪਾਵਰਫੁਲ ਲੌਬੀ ਆ ਅਰਮੀਨੀਅਨਸ ਦੀ। ਔਰ ਜੇ ਹੁਣ ਜਰਮਨ ਦੀ ਪਾਰਲੀਮੈਂਟ ਉਹਨੂੰ ਪਾਸ ਕਰਦੀ ਹੈ ਤਾਂ ਫਿਰ ਵੀ ਟਰਕੀ ਕਹਿ ਰਹੀ ਹੈ, ਮੁਲਕ ਕਹਿ ਰਿਹਾ ਕਿ ਰੇਸਿਸਟ ਆਰਮੀਨੀਅਨ ਲੌਬੀ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਅਰਮੀਨੀਅਨ ਫੋਰਨ ਮਿਨਿਸਟਰ ਹੈ ਉਹ ਇਹ ਕਹਿੰਦਾ ਕਿ ਵੈਲਿਊਏਬਲ ਕੰਟਰੀਬਿਊਸ਼ਨ ਟੂ ਦਾ ਇੰਟਰਨੈਸ਼ਨਲ ਰੈਕਗਨੀਸ਼ਨ ਐਂਡ ਕੰਡੈਮਨੇਸ਼ਨ ਆਫ ਅਰਮੀਨੀਅਨ ਜੈਨੋਸਾਈਡ। ਉਹਨੇ ਕਿਹਾ ਜੀ ਜਿਹੜਾ ਜਰਮਨ ਵਾਲਿਆਂ ਨੇ ਪਾਸ ਕੀਤਾ ਪਾਰਲੀਮੈਂਟ ਨੇ ਜੀ, ਇਹਦੇ ਨਾਲ ਜਿਹੜਾ ਸਾਡੀ ਗੱਲ ਹੈ ਕਿ ਸਾਨੂੰ ਅੰਤਰਰਾਸ਼ਟਰੀ ਮਾਨਤਾ ਮਿਲ ਰਹੀ ਹੈ ਕਿ ਜੋ ਸਾਡੇ ਨਾਲ ਹੋਇਆ ਔਰ ਉਹਨਾਂ ਨੇ ਕੰਡੈਮ ਕੀਤਾ। ਔਰ ਇਹਦੇ ਬਾਵਜੂਦ ਕਿ ਜਿਹੜੀ ਜਰਮਨ ਚਾਂਸਲਰ ਹੈ ਉਹ ਐਂਜਲਾ ਮਰਕਲ ਬੜੀ ਡੀਸੈਂਟ ਲੇਡੀ ਹੈ, ਉਹਨੇ ਕਿਹਾ ਜੀ ਸਾਡੇ ਬਹੁਤ ਸਾਰੇ ਆਪਸੀ ਜਿਹੜੇ ਸਬੰਧ ਨੇ ਟਰਕੀ ਦੇ ਔਰ ਜਰਮਨੀ ਦੇ ਔਰ ਦਿਸ ਦੈਟ। ਲੇਕਿਨ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਕਿ ਵੀ ਇਹ ਈਵਨ 100 ਸਾਲ ਬਾਅਦ ਵੀ ਮਾਨਤਾ ਦਿਵਾਉਣ ਦੇ ਲਈ ਅਰਮੀਨੀਅਨਸ ਨੇ ਲਗਾਤਾਰਤਾ ਦੇ ਨਾਲ ਲੌਬੀ ਕੀਤੀ ਹੈ। ਔਰ ਉਹਨਾਂ ਨੇ ਜਿਹੜਾ ਰੈਜ਼ੋਲੂਸ਼ਨ ਕੀਤਾ ਉਹਦੇ 'ਚ ਉਹਨਾਂ ਨੇ ਵਰਡ ਵੀ ਜੈਨੋਸਾਈਡ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਵੀ ਇਸ ਲਈ ਗਿਲਟੀ ਹਾਂ, ਵੀ ਬੀਅਰ ਸਮ ਗਿਲਟ ਫॉर ਡੂਇੰਗ ਨਥਿੰਗ ਟੂ ਸਟਾਪ ਦਾ ਕਿਲਿੰਗਸ। ਕਿ ਜਦੋਂ ਇਹ ਕਿਲਿੰਗਸ ਹੋ ਰਹੀਆਂ ਸੀ
ਉਦੋਂ ਅਸੀਂ ਕੁਛ ਨਹੀਂ ਕੀਤਾ ਹੈ। ਸੋ ਮੈਂ ਸਮਝਦਾ ਵੀ ਸਾਨੂੰ ਇਸ ਗੱਲ ਦੇ ਲਈ ਚਿੰਤਾਤੁਰ ਨਹੀਂ ਹੋਣਾ ਚਾਹੀਦਾ ਕਿ ਜੀ ਸਾਨੂੰ ਦਹਿਸ਼ਤਗਰਦ ਬਣਾਇਆ ਜਾ ਰਿਹਾ ਹੈ, ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ। ਆਫ ਕੋਰਸ ਉਹ ਜੇ ਦਹਿਸ਼ਤਗਰਦ ਨਹੀਂ ਬਣਾਉਣਗੇ, ਆਪਣੇ ਪ੍ਰਚਾਰ ਫਿਰ ਇਹ ਹੋਏਗਾ ਕਿ ਸਟੇਟ ਟੈਰਰਿਜ਼ਮ ਹੋਇਆ, ਔਰ ਇਹਦੇ ਲਈ ਸਾਡਾ ਜਿਹੜਾ ਯਤਨ ਹੈ ਕਿ ਇਹ ਰਹਿਣਾ ਚਾਹੀਦਾ ਬਰਾਬਰ ਕਿ ਇਹਨਾਂ ਨੂੰ ਅਸੀਂ ਦੁਨੀਆ 'ਚ ਐਕਸਪੋਜ਼ ਕਰੀਏ। ਔਰ ਮੈਂ ਸਮਝਦਾ ਵੀ ਇਹ ਸਕਸੈਸ ਹੈ ਕਿ ਵੀ ਬੇਸ਼ੱਕ ਮੋਦੀ ਨੇ ਜਦੋਂ ਇਹ 8 ਜੂਨ ਬਣਾਇਆ ਹੋਏਗਾ ਆਉਣ ਦਾ, ਉਹਨਾਂ ਦੇ ਹੋਏਗਾ ਕਿ ਜੀ ਅਮਰੀਕਾ ਦੇ ਬੜਾ ਹੀ ਸਿੱਖ ਕਾਕਸ ਬਣੀ ਹੋਈ ਹੈ, 50 ਕਾਂਗਰਸਮੈਨ ਨੇ, ਔਰ ਕੈਨੇਡਾ 'ਚ ਜਿਹੜਾ ਸਿੱਖਾਂ ਦੀ ਚੜ੍ਹਤ ਹੈ। ਲੋ ਅਸੀਂ ਉਸ ਦਿਨ ਤੁਹਾਡੇ ਆ ਕੇ ਅਮਰੀਕਾ ਦੀ ਕੈਪੀਟਲ ਦੇ ਵਿੱਚ ਜਿਹੜਾ ਅਸੀਂ ਜੁਆਇੰਟ ਸੈਸ਼ਨ ਨੂੰ ਐਡਰੈਸ ਕਰ ਰਹੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਸੈਨੇਟ ਦੀ ਹੀਅਰਿੰਗ 24 ਮਈ ਨੂੰ ਔਰ 7 ਜੂਨ ਨੂੰ ਜਿਹੜੀ ਟੌਮ ਲੈਂਟੋਸ ਕਮਿਸ਼ਨ ਦੀ ਹੀਅਰਿੰਗ ਹੈ, ਜਿਹਦੇ 'ਚ ਇਹਨਾਂ ਦੀ ਚੰਗੀ ਭੁਗਤ ਸਵਾਰੀ ਜਾਏਗੀ ਕਿ ਉੱਥੇ ਕਰ ਕੀ ਰਹੇ ਨੇ। ਔਰ ਐਨ ਇਸ ਮੌਕੇ ਦੇ ਉੱਤੇ ਜਰਮਨ ਪਾਰਲੀਮੈਂਟ ਦਾ ਇਸ ਪੱਖੋਂ ਕੀਤਾ ਹੋਇਆ ਮਤਾ ਜਿਹੜਾ ਇਹ ਸਾਨੂੰ ਹੌਸਲਾ ਦਿੰਦਾ ਹੈ ਕਿ ਜੇ 100 ਸਾਲ ਬਾਅਦ ਟਰਕੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਇਸ ਦੇ ਲਈ, ਤੇ ਫਿਰ ਅਜੇ ਅਸੀਂ ਤਾਂ 32 ਸਾਲ ਗੁਜ਼ਰੇ ਨੇ ਔਰ ਅਸੀਂ ਉਹ ਕੌਮ ਹੈ, ਲੜਾਕੂ ਕੌਮ, ਜਿਹੜੀ ਜਦੋਂ ਤੱਕ ਅਸੀਂ ਇਨਸਾਫ ਦੇ ਨਾ ਦਈਏ ਤੇ ਇਨਸਾਫ ਲੈ ਨਾ ਲਈਏ ਅਸੀਂ ਚੈਨ ਨਾਲ ਬਹਿਣ ਵਾਲੇ ਨਹੀਂ ਹੈ। ਔਰ ਜਿੱਥੇ ਅਸੀਂ ਹੋਰ ਵੀ ਵੇਰਵੇ ਡਿਸਕਸ ਕਰਨਾ ਚਾਹੁੰਦੇ ਸੀ, ਪਰ ਅੱਜ ਲਗਾਤਾਰਤਾ ਨਾਲ 5-6 ਕਾਲਾਂ ਔਰ ਲਿਖਤਾਂ ਇਸ ਕਿਸਮ ਦੀਆਂ ਆਈਆਂ ਜਿਹਦੇ 'ਚ ਸਾਡੇ ਦਰਸ਼ਕਾਂ ਨੇ ਕਿਹਾ ਕਿ ਵੀ ਬੇਸ਼ੱਕ ਤੁਸੀਂ ਪਿਛਲੇ ਸਾਲ ਵੀ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਜਿਹੜੀ ਉਹਨਾਂ ਨੇ ਓੜਕ ਮੁੱਕੇਗੀ ਇਹ ਰਾਤ ਦੇ ਥੱਲੇ ਲਿਖੀ ਔਰ ਉਹਨੂੰ ਨਾਂ ਨਵਾਂ ਘੱਲੂਕਾਰਾ ਦਿੱਤਾ ਗਿਆ ਕਿ ਵੀ ਕਿਉਂਕਿ ਉਹ ਸਭ ਤੋਂ ਪਹਿਲੀ ਇੰਟੈਲੈਕਚੁਅਲ ਵਰਲਡ ਦੀ ਲਿਖਤ ਸੀ ਜਿਹੜੀ ਸਭ ਕੁਝ ਬਿਆਨ ਕਰਦੀ। ਔਰ ਕੱਲ ਅਸੀਂ ਉਹਦੀ ਇੱਕ ਲਾਈਨ ਦੇ ਉੱਤੇ ਹੀ ਇੰਟਰਪ੍ਰੀਟ ਕੀਤਾ ਸੀ ਕਿ ਬਈ ਦੁਸ਼ਮਣ ਨੇ, ਵੈਰੀਆਂ ਨੇ 5 ਸਦੀਆਂ ਦਾ ਵੈਰ ਕਮਾਇਆ, ਕਿ ਉਹਨਾਂ ਨੇ 5 ਸਦੀਆਂ ਦਾ ਵੈਰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਡੇ ਦਰਸ਼ਕਾਂ ਦੀ ਰਾਏ ਜਾਂ ਉਹਨਾਂ ਦੀ ਚਾਹਨਾ ਸਾਡੇ ਲਈ ਹਮੇਸ਼ਾ ਹੀ ਜਿਹੜੀ ਆ ਉਹ ਪਹਿਲ ਵਾਲੀ ਹੁੰਦੀ ਹੈ। ਔਰ ਮੈਂ ਬਾਕੀ ਸਮਾਂ ਬਜਾਏ ਕਿ ਆਪਣਾ ਕੋਈ ਕਮੈਂਟ ਕਰਨ ਦੇ ਇਸ ਦੇ ਵਿੱਚ ਹੀ ਉਹ ਸਾਰਾ ਬਹਾਦਰੀ ਵੀ ਬਿਆਨ ਹੈ ਜਿਹੜਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਨੇ ਜਿਹੜਾ ਉਹਨਾਂ ਦੇ ਕੁਛ ਦਰਜਨ ਸਾਥੀ ਸਿੰਘਾਂ ਨੇ ਜੋ ਜ਼ੋਰ ਦਿਖਾਏ। ਔਰ ਇਹਦੇ 'ਚ ਜ਼ੁਲਮ ਦੀ ਕਹਾਣੀ ਵੀ ਹੈ ਔਰ ਇਹਦੇ 'ਚ ਫਿਰ ਮੁੜ ਖਲੋਣ ਦੀ ਰੈਜ਼ੀਲੀਅੰਸ ਵੀ ਹੈ, ਸਿੱਖਾਂ ਦੀ ਜਿਹੜੀ ਡਿੱਗ ਕੇ ਫਿਰ ਖਲੋਣ ਦੀ ਗੱਲ ਹੈ ਉਸ ਨੂੰ ਵੀ। ਔਰ ਮੈਂ ਨਹੀਂ ਸਮਝਦਾ ਕਿ ਵੀ ਬੇਸ਼ੱਕ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀਆਂ ਲਿਖਤਾਂ ਬੜੀਆਂ ਜ਼ਬਰਦਸਤ ਨੇ ਇਸ ਦੇ ਉੱਤੇ, ਕਹਾਣੀਆਂ ਬਹੁਤ ਅੱਛੀਆਂ ਆਈਆਂ। ਮੈਨੂੰ ਯਾਦ ਹੈ ਅਕਸ ਮੈਗਜ਼ੀਨ ਇੱਕ ਦਿੱਲੀ ਤੋਂ ਛਪਦਾ ਸੀ ਜੀ, ਉਹਦੇ 'ਚ ਅਜੀਤ ਕੌਰ ਕਹਾਣੀਕਾਰ ਹੈ ਪ੍ਰੋਮੀਨੈਂਟ, ਉਹਦੀ ਕਹਾਣੀ ਸੀ ਸਿਰਾਂ ਦੀ ਫਸਲ, ਕਿ ਵੀ ਤੁਸੀਂ ਇਹ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਜਿੰਨਾ ਤੁਸੀਂ ਖੂਨ ਸਿੱਖਾਂ ਦਾ ਡੋਲੋਗੇ ਉਸ ਧਰਤੀ 'ਚੋਂ ਉਨੀ ਜਿਹੜੀ ਹੈ ਫਰਟਿਲ ਫਸਲ ਹੈ, ਸਿਰਾਂ ਦੀ ਫਸਲ। ਇਸੇ ਤਰ੍ਹਾਂ ਪ੍ਰਿੰਸੀਪਲ ਹਰਭਜਨ ਸਿੰਘ ਨੇ ਵੀ ਨਜ਼ਮਾਂ ਲਿਖੀਆਂ। ਪਰ ਅਫਜ਼ਲ ਅਹਿਸਨ ਰੰਧਾਵਾ ਦਾ ਇਹ ਜਿਹੜਾ ਇਸ ਪੀਰੀਅਡ ਦਾ ਲਿਖਣ ਅੰਦਾਜ਼ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਸਾਈਕੋ ਹਿਸਟਰੀ ਜੋ ਵਾਪਰ ਰਿਹਾ ਔਰ ਉਹ ਕੋਈ ਪੰਜਾਬ 'ਚ ਮੌਜੂਦ ਨਹੀਂ ਨੇ, ਉਹ ਪਾਕਿਸਤਾਨ 'ਚ ਨੇ, ਨਾਰੋਵਾਲ ਬੈਠੇ ਹੋਏ, ਡੇਰਾ ਬਾਬਾ ਨਾਨਕ ਦੇ ਦੂਸਰੇ ਪਾਸੇ ਕਰਤਾਰਪੁਰ ਦੇ ਨੇੜੇ, ਔਰ ਕਿਵੇਂ ਉਹਨਾਂ ਨੇ ਉਸ ਗੱਲ ਨੂੰ ਕੈਪਚਰ, ਉਦੋਂ ਅਜੇ ਕੋਈ ਵੇਰਵੇ ਸਾਹਮਣੇ ਨਹੀਂ ਆਏ, ਔਰ ਕਿਵੇਂ ਉਹਨਾਂ ਦੇ ਕੋਲ ਕਿੱਥੋਂ ਇਹ ਸਾਰੇ ਨੂੰ ਉਹਨਾਂ ਨੇ ਆਪਣੇ ਮਨ ਦੇ ਵਿੱਚ ਲਿਆਂਦਾ ਔਰ ਉਸ ਨੂੰ ਉਹਨਾਂ ਨੇ ਇੱਕ ਰਾਹੀ ਦੇ, ਕਿਉਂਕਿ ਜਦੋਂ ਤੁਸੀਂ ਬੈਠੇ ਹੋ ਜਿੱਥੇ ਤੁਹਾਡੇ ਪਿਆਰਿਆਂ ਨਾਲ ਕੁਝ ਵਾਪਰ ਰਿਹਾ, ਤੁਸੀਂ ਪਹੁੰਚ ਨਹੀਂ ਸਕਦੇ, ਤੇ ਫਿਰ ਇਹ ਇੱਕ ਅਲੰਕਾਰ ਹੈ ਕਿ ਤੁਸੀਂ ਰਾਹੀ ਨੂੰ, ਮੁਸਾਫਰ ਨੂੰ ਸੰਬੋਧਿਤ ਹੋ ਕੇ ਆਪਣੇ ਦਿਲ ਦੀ ਵਿਥਿਆ ਕਹਿੰਦੇ ਹੋ। ਸੋ ਉਹਨਾਂ ਨੇ ਇਹ ਕਿਹਾ, ਸੁਣ ਰਾਹੀਆ ਕਰਮਾਂ ਵਾਲਿਆ, ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੀ ਸਾਵੀ ਕੁੱਖ ਜਨਮਾ ਚੁੱਕੀ, ਜਿਹੜੀ ਗੁਰੂ ਸਿਆਣੇ ਵੀਰ ਅੱਜ ਤਪਦੀ ਭੱਠੀ ਬਣ ਗਈ ਤੇ ਉਹਦੀ ਵੇਖ ਅਸੀਰ। ਹੁਣ ਸਾਵੀ ਕੁੱਖ ਜਿਹੜੀ ਕਿ ਫਰਟਿਲ ਕੁੱਖ ਹੈ ਔਰ ਉਸ ਚੋਂ ਕਿੰਨੇ ਗੁਰੂ ਪੈਗੰਬਰ ਇਸ ਧਰਤੀ ਦੇ ਉੱਤੇ ਆਏ। ਹੁਣ ਪੰਜਾਬ ਦੀ ਧਰਤੀ ਦੀ ਵਿਥਿਆ ਵੀ ਹੈ ਜਿਸ ਦੇ ਨਾਲ ਸਮੁੱਚੀ ਸਿੱਖ ਕੌਮ ਦੀ ਜਿਹੜੀ ਹੈ ਕਹਾਣੀ ਉਹ ਜੁੜਦੀ ਹੈ।
ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ, ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ, ਅੱਜ ਮੇਰੇ ਥਣਾ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸੱਤ ਸਮੁੰਦਰ ਅੱਖ, ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੀ ਸ਼ਹੀਦਾਂ ਵਾਲੀ ਦਖ। ਹੁਣ ਜਦੋਂ ਇੱਕ ਪਾਸੇ ਜ਼ੁਲਮ ਦੀ ਅਖੀਰ ਹੈ, ਤਪਦੀ ਭੱਠੀ, ਹੌਟ ਫਰਨੈਸ, ਕਿ ਸਭ ਕੁਛ ਹੁਣ ਇਹ ਤਪਦੀ ਭੱਠੀ ਅਲੰਕਾਰ ਐਸਾ 3 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਤੱਤੀ ਲੋਹ ਤੇ ਲਾਹੌਰ ਦੇ ਵਿੱਚ, ਇੱਧਰ 3 ਜੂਨ ਨੂੰ ਕੱਟ ਆਫ ਕਰਕੇ ਸਾਰੇ ਪਾਸਿਓਂ ਟੈਂਕਾਂ ਤੋਪਾਂ ਦੀ ਅੱਗ ਵਰ ਰਹੀ ਹੈ, ਸਾਰਾ ਪੰਜਾਬ ਇੱਕ ਤਪਦੀ ਭੱਠੀ ਬਣ ਗਏ। ਔਰ ਇਸ ਸਾਰੇ ਚੋਂ ਜਿਹੜਾ ਇਸ ਦੇ ਬਾਵਜੂਦ ਕਿ ਇਹ ਮਹਿਕਾਂ ਵੰਡ ਦੀ ਕੁੱਖ ਸੀ ਕਿ ਕਬੀਰ ਜਹਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। 4 ਦਰਵਾਜ਼ੇ, ਠੰਡ ਪਾਉਣ ਵਾਲਾ ਸਰੋਵਰ, ਔਰ ਗੁਰੂ ਅਰਜਨ ਸਾਹਿਬ ਦਾ ਵਜੂਦ ਜਿਹਨੇ ਸੁਖਮਣੀ ਸਾਹਿਬ ਵਰਗੀ ਸੁੱਖਾਂ ਦੀ ਮਣੀ ਔਰ ਲਗਭਗ ਅੱਧੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਸਾਹਿਬ ਦੀ ਉਚਾਰੀ ਹੋਈ, ਸਾਈਂ ਮੀਆਂ ਮੀਰ ਵੱਲੋਂ ਰੱਖਿਆ ਨੀਂਹ ਪੱਥਰ। ਸੋ ਅਫਜ਼ਲ ਅਹਿਸਨ ਰੰਧਾਵੇ ਦੇ ਸਾਹਮਣੇ ਉਹ ਮਹਿਕ ਹੈ ਸਿੱਖੀ ਦੀ, ਉਹ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਦੀ ਮਹਿਕ ਹੈ, ਹਰਮੰਦਰ ਦੀ ਮਹਿਕ ਹੈ। ਔਰ ਅੱਜ ਉਸ ਮਾਂ ਦੀ ਕੁੱਖ ਚੋਂ ਬੱਚੇ ਜਦੋਂ ਉਸ ਥਣ ਨੂੰ ਚੁੰਘਦੇ ਨੇ ਤਾਂ ਉਹਦੇ ਚੋਂ ਦੁੱਧ ਨਹੀਂ, ਲਹੂ ਹੈ ਤੇ ਦੁੱਖ ਹੈ। ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ, ਅੱਜ ਮੇਰੇ ਥਣਾ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ। ਅੱਜ ਤਪਦੀ ਭੱਠੀ ਬਣ ਗਈ ਮੇਰੀ 7 ਸਮੁੰਦਰ ਅੱਖ, ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੀ ਸ਼ਹੀਦਾਂ ਵਾਲੀ ਦਖ। ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ। ਹੁਣ ਇਹ ਇੰਨਾ ਜ਼ਬਰਦਸਤ ਸਿੰਬੋਲਿਜ਼ਮ ਹੈ ਕਿ ਵੀ ਇੱਕ ਪਾਸੇ 4 ਚਫੇਰੇ ਜ਼ੁਲਮ ਦੀ ਉਹ ਅਖੀਰ ਹੈ ਕਿ ਜਿਸ ਦੇ ਵਿੱਚ ਜਿਹੜੀਆਂ ਚੂੜਿਆਂ ਵਾਲੀਆਂ ਬੀਬੀਆਂ ਨੇ ਉਹ ਵੀ ਉਸ ਜ਼ੁਲਮ ਦਾ ਸ਼ਿਕਾਰ ਨੇ, ਪਰ ਇੱਧਰ ਸ਼ਹੀਦੀ ਦਾ ਚਾਅ ਇਸ ਕਦਰ ਹੈ ਔਰ ਜਿਸ ਕਦਰ ਸਿੰਘ ਔਰ ਸਿੰਘਣੀਆਂ ਜਾਨਾਂ ਹੂਲ ਕੇ ਸ਼ਹੀਦੀ ਪਾਉਂਦੀਆਂ ਨੇ, ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ, ਕਿ ਜਿਹੜੇ ਆਲਰੇਡੀ ਐਗਜ਼ਿਸਟਿੰਗ ਸ਼ਹੀਦਾਂ ਦੀ ਉਹ ਕਹਾਣੀ ਸੀ ਉਹਨਾਂ ਦੇ ਵਿੱਚ ਜਿਹੜੀ ਇਹ ਸ਼ਹੀਦੀਆਂ ਨੇ, ਇਸ ਨੇ ਇਹਨਾਂ ਦਾ ਝੰਡਾ ਬਾਕੀਆਂ ਤੋਂ ਵੀ ਉੱਪਰ ਹੈ ਕਿ ਇਸ ਕਦਰ ਸ਼ਹੀਦੀ ਦੀ ਚਾਹਨਾ ਨੂੰ ਪਰਨਾਏ ਹੋਏ ਇਹ ਵੀਰ ਭੈਣਾਂ ਨੇ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ। ਇਹ ਸਗਲਾ ਸ਼ਬਦ ਦੇ ਲਈ ਮੈਂ ਬਹੁਤ ਜਿਹੜਾ ਪੁੱਛਿਆ ਔਰ ਫਿਰ ਹੋਇਆ ਕਿ ਵੀ ਇਹ ਜਿਹੜਾ ਇਹ ਸ਼ਗਨਾਂ ਦੀ ਗੱਲ ਹੈ ਔਰ ਜਿਹੜਾ ਖਾਸ ਤੌਰ ਤੇ ਵਿਆਹਾਂ ਦੇ ਮੌਕੇ ਜਾਂ ਦੂਸਰੇ ਖਾਸ ਤੌਰ ਤੇ ਜਿਵੇਂ ਅੱਜ ਮਹਿੰਦੀ ਜਾਂ ਦੂਸਰਾ ਪਾਰਟ ਹੁੰਦਾ, ਸੋ ਇਹ ਜਿਹੜਾ ਸ਼ਗਨਾਂ ਵਾਲੇ ਹੱਥ ਨੇ ਪੈਰ ਨੇ ਉਸ ਦੇ ਨਾਲ ਜੋੜ ਕੇ ਕਿ ਭਾਈ ਮੇਰਾ ਕਿੱਥੇ ਇਹ ਸਗਲੇ ਵਾਲਾ ਪੈਰ, ਇਹ ਪਵਿੱਤਰ ਧਰਤੀ, ਇਹ ਪਵਿੱਤਰ ਦਿਨ ਔਰ ਇਸ ਨੂੰ ਤਪਦੀ ਭੱਠੀ ਬਣਾ ਦਿੱਤਾ। ਅੱਜ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ। ਇਸ ਤੇ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ 5 ਸਦੀਆਂ ਦਾ ਵੈਰ ਉਸ ਵਿਚਾਰਧਾਰਾ ਦਾ, ਬ੍ਰਾਹਮਣਵਾਦੀ ਵਿਚਾਰਧਾਰਾ, ਉਸ ਨੇ ਵੈਰ ਕੱਢਿਆ। ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ, ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਝਾਤ। ਇਹ ਹੈ ਕੱਟ ਆਫ ਸਾਰੇ ਪਾਸਿਓਂ ਕਿ ਅੱਜ ਕਿੱਥੇ ਦੁੱਧ ਦੇਣ ਵਾਲਾ ਇਹ, ਔਰ ਜਦੋਂ ਅਸੀਂ ਕਿਤੇ ਵੀ ਖੈਰ ਮੰਗਦੇ ਹਾਂ ਜਾਂ ਇੱਕ ਜ਼ਮਾਨਾ ਸੀ ਕਿ ਵੀ ਜਦੋਂ ਮਾਤਾਵਾਂ ਅਸੀਸ ਵੀ ਦਿੰਦੀਆਂ ਸੀ ਤਾਂ ਇਹੀ ਸੀ ਕਿ ਦੁੱਧੀ ਨਹਾਵੇਂ ਤੇ ਪੁੱਤੀ ਫਲੇ, ਇੱਕ ਕਲਚਰ ਦਾ ਹਿੱਸਾ ਸੀ। ਸੋ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਭਾਈ ਇਹ ਕਿੱਥੇ ਇਹ ਸਾਡਾ, ਤੇ ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਝਾਤ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ, ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ। ਹੁਣ ਇਹ ਕਿਸ ਧਰਤੀ ਦੇ ਉੱਤੇ ਜਿੱਥੇ ਪਿਆਰ ਦੇ ਗੀਤ ਨੇ ਉੱਥੇ ਅੱਜ ਜਿਹੜਾ
ਉਹ ਕੁੱਖ ਸੜੀ ਵਿੱਚ ਮਰ ਗਏ। ਉਹ ਇਸ ਦਾ ਸਿੰਬੋਲਿਜ਼ਮ ਬਹੁਤ ਡੂੰਘਾ ਹੈ ਜੀ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾਂ ਮਾਰਦਾ ਰੰਗ, ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ। ਕਿ ਚਾਰ ਚਫੇਰਾ ਹੀ ਜਿਹੜਾ ਹੈ ਉਹ ਜ਼ੁਲਮ ਦੁੱਖ, ਇੱਕ ਇੱਕ ਅੰਗ ਦਾ ਮਤਲਬ ਹੈ ਸਾਰੇ ਪਾਰਟ ਜਿਹੜੇ ਨੇ ਸਿੱਖ ਸੁਸਾਇਟੀ ਦੇ ਉਸ ਧਰਤੀ ਦੇ ਉੱਤੇ ਅੰਡਰ ਅਟੈਕ ਨੇ। ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਪਿੱਟ। ਹੁਣ ਮੈਂ ਅੱਜ ਇੱਕ ਹੋਰ ਸਟੋਰੀ ਜਿਹੜੀ ਸ਼ਾਇਦ ਮਲਕਾ ਕੌਰ ਨੇ ਇੱਕ ਰਿਸਰਚ ਆਰਟੀਕਲ ਲਿਖਿਆ ਸੀ, ਉਹਦੇ 'ਚ ਉਹਨੇ ਲਿਖਿਆ ਕਿ ਵੀ 10,000 ਪੇਅਰ ਆਫ ਸ਼ੂਜ਼ ਬਾਹਰ ਸਨ। ਹੁਣ ਅੰਦਰ ਕਿੰਨੇ ਮਾਰੇ ਗਏ ਲੋਕ ਉਹਦਾ ਤਾਂ ਕੋਈ ਹਿਸਾਬ ਨਹੀਂ ਹੈ, ਕਿਉਂਕਿ ਕੂੜਾ ਢੋਣ ਵਾਲੀਆਂ ਗੱਡੀਆਂ ਦੇ ਵਿੱਚ ਉਹਨਾਂ ਨੇ ਢੋ ਕੇ ਕੈਰੋਸੀਨ ਪਾ ਕੇ ਸਾੜ ਦਿੱਤੇ। ਪਰ ਉਹਨਾਂ ਦਾ ਕੀ ਸੋਰਸ ਸੀ ਜਾਂ ਉਹ ਸ਼ੂਜ਼ ਕਿੱਥੇ ਗਏ? ਪਰ ਇਹ ਨੰਬਰ ਕਿ 10,000 ਦੇ ਕਰੀਬ ਜਿਹੜੇ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਸ਼ੂ ਵੀ ਨੇ, ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਜਾਣ ਤੋਂ ਪਹਿਲਾਂ ਜੋੜਾ ਘਰ 'ਚ ਜਮ੍ਹਾਂ ਕਰਵਾਉਂਦੇ ਹੋ। ਕਾਸ਼ ਇਸ ਵਿਰਸੇ ਨੂੰ ਕਿਸੇ ਨੇ ਸੰਭਾਲਿਆ ਹੁੰਦਾ। ਜਦੋਂ ਅਸੀਂ ਹੋਲੋਕਾਸਟ ਮਿਊਜ਼ੀਅਮ ਜਿਹਨੂੰ ਅਮਰੀਕਨ ਕਾਂਗਰਸ ਨੇ ਔਰ ਦੂਸਰਿਆਂ ਨੇ ਵੱਡੀਆਂ ਗ੍ਰਾਂਟਸ ਦੇ ਕੇ ਬਣਾਇਆ, ਵਾਸ਼ਿੰਗਟਨ DC 'ਚ ਗਏ, ਮੈਨੂੰ ਯਾਦ ਹੈ ਕਿ ਪਹਿਲੀ ਵਾਰ ਡਾਕਟਰ ਸਿੰਥੀਆ ਜਿਹੜੇ ਕਿ ਉਦੋਂ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਜਿਸ ਉਹਨਾਂ ਦੀ ਉਸ ਰਿਸਰਚ ਤੇ ਕਿਤਾਬ ਆਈ। ਸੋ ਅਸੀਂ ਟਰੈਵਲ ਕਰਕੇ ਵਾਸ਼ਿੰਗਟਨ ਪਹੁੰਚੇ, ਉਦੋਂ ਜੇ ਮੈਂ ਕੈਲੀਫੋਰਨੀਆ ਬੇਸਡ ਸੀ, ਔਰ ਹੋਲੋਕਾਸਟ ਮਿਊਜ਼ੀਅਮ ਅਸੀਂ ਗਏ ਔਰ ਉੱਥੇ ਬਹੁਤ ਲੰਬਾ ਚੌੜਾ ਮਿਊਜ਼ੀਅਮ ਹੈ, ਬੜੀ ਉਹਨਾਂ ਨੇ ਲੇਟੈਸਟ ਟੈਕਨੋਲੋਜੀ ਇਸਤੇਮਾਲ ਕੀਤੀ ਹੈ। ਲੇਕਿਨ ਜਿਹੜਾ ਸਭ ਤੋਂ ਜਦੋਂ ਅਸੀਂ ਬਾਹਰ ਨਿਕਲੇ, ਜ਼ਾਹਰ ਹੈ ਮੇਰੀਆਂ ਵੀ ਅੱਖਾਂ ਤਰ ਸੀ, ਮੈਂ ਤਾਂ ਦੇਖ ਸਕਦਾ ਸੀ ਕਿ ਸਾਡੀ ਕੌਮ ਨਾਲ ਜੋ ਅੱਜ ਹੋ ਰਿਹਾ ਹੈ ਇਹਨਾਂ ਦੇ ਨਾਲ ਹੋਇਆ ਹੈ। ਔਰ ਸਿੰਥੀਆ ਵੀ ਬੜੀ ਭਾਵਕ ਸੀ, ਤੇ ਜਦੋਂ ਅਸੀਂ ਡਿਸਕਸ ਕਰ ਰਹੇ ਸੀ ਤਾਂ ਮੈਨੂੰ ਉਹਨੇ ਪਹਿਲਾਂ ਪੁੱਛਿਆ ਕਿ ਅੰਦਰ ਜਿਹੜਾ ਜੋ ਤੁਸੀਂ ਦੇਖਿਆ ਸਭ ਤੋਂ ਜ਼ਿਆਦਾ ਤੁਹਾਨੂੰ ਕਿਹਨੇ ਟੱਚ ਕੀਤਾ? ਮੈਂ ਕਿਹਾ ਜੀ ਉਹ ਜਿਹੜੀਆਂ ਜੁੱਤੀਆਂ ਅੰਦਰ ਰੱਖੀਆਂ ਹੋਈਆਂ ਨੇ ਉਹਨਾਂ ਨੇ, ਕਿ ਜਦੋਂ ਯਹੂਦੀਆਂ ਨੂੰ ਕੰਸੈਂਟਰੇਸ਼ਨ ਕੈਂਪਾਂ ਤੋਂ ਲਿਆਂਦਾ ਜਾਂਦਾ ਸੀ ਗੈਸ ਚੈਂਬਰਾਂ ਦੇ ਵਿੱਚ ਮਾਰਨ ਦੇ ਲਈ, ਤੇ ਉਹਨਾਂ ਨੂੰ ਅੰਦਰ ਚੈਂਬਰ 'ਚ ਢੱਕਣ ਤੋਂ ਪਹਿਲਾਂ ਉਹਨਾਂ ਦੇ ਸ਼ੂਜ਼ ਬਾਹਰ, ਸੋ ਉਹਦੇ 'ਚ ਬੱਚਿਆਂ ਦੇ ਵੀ ਸੀ ਦੂਜਿਆਂ ਦੇ ਵੀ ਸੀ। ਸੋ ਉਸ ਹੋਲੋਕਾਸਟ ਮਿਊਜ਼ੀਅਮ ਦੇ ਵਿੱਚ ਇੱਕ ਪੂਰਾ ਵੱਡਾ ਜਿਹੜਾ ਹਾਲ ਹੈ ਉਹ ਜੁੱਤੀਆਂ ਹੀ ਨੇ ਅੱਡ-ਅੱਡ ਸਾਈਜ਼ ਦੀਆਂ, ਔਰ ਬੇਸ਼ੱਕ ਉਹਨਾਂ ਦੀ ਪੇਸ਼ਕਾਰੀ ਉਸ ਤੋਂ ਪਹਿਲਾਂ ਬਹੁਤ ਸਾਰੇ ਢੰਗਾਂ ਨਾਲ ਹੈ। ਔਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਨੂੰ ਕੀ, ਉਹਨੇ ਵੀ ਕਿਹਾ, ਕਹਿੰਦੇ ਜੀ ਵੀ ਸਭ ਤੋਂ ਟੱਚਿੰਗ ਸੀ ਕਿਉਂਕਿ ਜਿੱਥੇ ਤੁਸੀਂ ਮਹਿਸੂਸ ਕਰ ਸਕਦੇ ਹੋ। ਔਰ ਮੈਂ ਹੈਰਾਨ ਹੈ ਕਿ ਵੀ ਇਹ ਸ਼੍ਰੋਮਣੀ ਕਮੇਟੀ ਜਿਹੜੀ ਅੱਜ ਇਹ ਸਰਕਾਰ ਦੇ ਨਾਲ ਰਲ ਕੇ ਕਿ ਉੱਥੇ ਕੋਈ ਐਂਟੀ ਨੈਸ਼ਨਲ ਨਹੀਂ ਹੋਣ ਦਿੱਤਾ ਜਾਏਗਾ, ਕੋਈ ਨਾਰਾ ਨਹੀਂ ਲੱਗਣ ਦਿੱਤਾ ਜਾਏਗਾ, ਹੋਰ ਤਾਂ ਕੁਛ ਨਹੀਂ, ਬਾਕੀ ਤਾਂ ਯਾਦਾਂ ਮਿਟਾ ਦਿੱਤੀਆਂ, ਅੰਦਰੋਂ ਉਹਨਾਂ ਨੇ ਗੋਲੀਆਂ ਦੇ ਨਿਸ਼ਾਨ ਮਿਟਾ ਦਿੱਤੇ। ਜੇ ਘੱਟੋ ਘੱਟ ਉਹੀ 10,000 ਪੇਅਰ ਆਫ ਸ਼ੂਜ਼ ਹੀ ਸੰਭਾਲੇ ਹੁੰਦੇ, ਕਿਤੇ ਡਿਸਪਲੇ ਕੀਤੇ ਹੁੰਦੇ, ਤੇ ਉਹ ਦੱਸਦੇ ਕਿ ਅੰਦਰ ਕੀ ਵਾਪਰਿਆ। ਪਰ ਇਹ ਉਹਨਾਂ ਨੇ ਯਾਦ ਕਰਾਇਆ ਅਫਸਰ ਐਹਸਨ ਰੰਧਾਵਾ ਨੇ। ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਪਿੱਟ। ਮੇਰੇ ਬੁਰਜ ਮੁਨਾਰੇ ਢਾਹ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ। ਬੁਰਜ ਮੁਨਾਰੇ, ਅਕਾਲ ਤਖਤ ਔਰ ਦੂਸਰੇ ਮੀਨਾਰ ਜਿਵੇਂ ਬੁੰਗਾ ਰਾਮਗੜੀਆਂ ਦਾ, ਅੱਜ ਮੇਰੇ ਬੁਰਜ ਮੁਨਾਰੇ ਢਾਹ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗ ਅੱਜ ਮੇਰੇ ਲਹੂ ਨਾਲ ਲਾਲ। ਕਿਉਂਕਿ ਉਹਨੂੰ ਸੁਨਹਿਰੀ ਮੰਦਰ ਗੋਲਡਨ ਟੈਂਪਲ ਹੀ ਇਸ ਲਈ ਕਹਿੰਦੇ ਨੇ। ਉਹਨਾਂ ਨੇ ਕਿਹਾ ਵੀ ਅੱਜ ਉਸ 'ਚ ਸੁਨਹਿਰੀ ਭਾ ਨਹੀਂ ਹੈ, ਉਥੇ ਲਹੂ ਨਾਲ ਲਾਲੋ ਲਾਲ ਹੈ। ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੂਹੀ ਬੰਬਾਂ ਗੁੱਥ, ਮੇਰੇ ਕੁੱਛੜ ਅੰਨੀਆਂ ਗੋਲੀਆਂ, ਭੰਨ ਸੁੱਟੇ ਮੇਰੇ ਪੁੱਤ। ਇਹ ਮਾਂ ਦਾ ਅਲੰਕਾਰ ਹੈ ਕਿ ਭਾਈ ਮੇਰੀਆਂ ਜਿਹੜੀਆਂ ਨੇ ਮੀਡੀਆਂ ਨੇ ਉਹ ਟੈਂਕਾਂ ਨੇ ਖੁੱਥ ਲਈਆਂ, ਔਰ ਮੇਰੀ ਜਿਹੜੀ ਗੁੱਤ ਹੈ ਉਹ ਬੰਬਾਂ ਨੇ ਲੂਹ ਸੁੱਟੀ, ਔਰ ਮੇਰੇ ਕੁੱਛੜ 'ਚ ਅੰਨੀਆਂ ਗੋਲੀਆਂ ਨੇ। ਔਰ ਜਿਹੜੇ ਬੱਚੇ ਮੈਂ ਗੋਦ ਦੇ ਵਿੱਚ ਚੁੱਕੇ ਹੋਏ ਸੀ, ਮੇਰੇ ਕੁੱਛੜ ਅੰਨੀਆਂ ਗੋਲੀਆਂ, ਭੁੰਨ ਸੁੱਟੇ ਮੇਰੇ ਪੁੱਤ, ਮੇਰੀ ਗੋਦ 'ਚ ਬੈਠੇ ਮੇਰੇ ਪੁੱਤ ਭੁੰਨ ਦਿੱਤੇ। ਮੇਰਾ ਚੂੜਾ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਿੱਦਾਂ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ।
ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜੀ। ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ, ਪਰ ਕੋਈ ਨਾ ਉਸ ਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ 'ਚ ਮੇਰੇ ਲੱਖਾਂ ਪੁੱਤਰ ਸ਼ੇਰ। ਕਿਉਂਕਿ ਸਾਰਾ ਪੰਜਾਬ ਕਰਫਿਊ 'ਚ ਹਜ਼ਾਰਾਂ ਸਿੱਖ ਆਏ, 50,000 ਜੰਡਿਆਲਾ ਰੋਡ ਵੱਲੋਂ, 50-60 ਹਜ਼ਾਰ ਤਰਨਤਾਰਨ ਰੋਡ ਵੱਲੋਂ, 50-60 ਹਜ਼ਾਰ ਮਜੀਠਾ ਰੋਡ ਵੱਲੋਂ, ਔਰ ਡਿਫਰੈਂਟ ਤਰਨਤਾਰਨ ਝਬਾਲ। ਲੇਕਿਨ ਉਹਨਾਂ ਦੇ ਕਿਉਂਕਿ 에ਅਰ ਫੋਰਸ ਲਾਈ ਸੀ, ਉਹ ਮਾਰਕ ਕਰ ਰਹੇ ਸੀ ਸਪੌਟ, ਟੈਂਕਾਂ ਨਾਲ ਰੋਕਿਆ, ਥਾਂ ਥਾਈਂ ਜਿਹੜਾ ਬਹੁਤ ਸਾਰੇ ਮਾਰੇ, ਜਿਨ੍ਹਾਂ ਦਾ ਕਦੇ ਕੋਈ ਹਿਸਾਬ ਨਹੀਂ ਹੋਇਆ ਕਿ ਕਿੰਨੇ ਜਿਹੜੇ ਨੇ ਉਸ ਦੇ ਵਿੱਚ ਫੌਜ ਨੇ ਮਾਰੇ। ਸੋ ਉਸ ਵੱਲ ਇਸ਼ਾਰਾ ਕੀਤਾ, ਪਰ ਕੋਈ ਨਾ ਉਸ ਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ 'ਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਹੀਆ ਕਰਮਾਂ ਵਾਲਿਆ, ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੇ ਲੂੰ ਲੂੰ ਚੋਂ ਪਈ ਵਗਦੀ, ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅਜੇ ਜਿਉਂਦੀ ਜਾਗਦੀ, ਮੈਂ ਝੱਲ ਗਈ ਸਾਰਾ ਕਹਿਰ, ਮੈਂ ਮਰ ਨਹੀਂ ਸਕਦੀ ਕਦੇ ਵੀ, ਭਾਵੇਂ ਵੱਢਣ ਅੱਠੇ ਪੈਰ, ਭਾਵੇਂ ਦੇਣ ਤਸੀਹੇ ਰੱਜ ਕੇ, ਭਾਵੇਂ ਰੱਜ ਪਿਆਲਣ ਜ਼ਹਿਰ, ਮੇਰੇ ਪੁੱਤਰ ਸਾਗਰ ਜ਼ੋਰ ਦਾ। ਹੁਣ ਇਹ ਮਾਣ ਹੈ ਕੌਮ ਦੇ ਉੱਤੇ ਕਿ ਭਾਈ ਜਿਵੇਂ ਸਮੁੰਦਰ ਦੇ ਵਿੱਚ ਜਿੰਨਾ ਜ਼ੋਰ ਹੈ, ਇੰਨਾ ਮੇਰੇ ਪੁੱਤਰਾਂ 'ਚ ਜ਼ੋਰ ਹੈ। ਮੇਰੇ ਪੁੱਤਰ ਸਾਗਰ ਜ਼ੋਰ ਦਾ, ਹਰ ਹਰ ਬਾਂਹ ਇੱਕ ਇੱਕ ਲਹਿਰ, ਮੇਰੇ ਪੁੱਤਰ ਪਿੰਡੋ ਪਿੰਡ ਨੇ, ਮੇਰੇ ਪੁੱਤਰ ਸ਼ਹਿਰੋ ਸ਼ਹਿਰ, ਮੇਰੀ ਉਮਰ ਕਿਤਾਬ ਦਾ ਵੇਖ ਲੈ, ਤੂੰ ਹਰ ਹਰ ਵਰਕਾ ਪੜ੍ਹ, ਜਦੋਂ ਭਾਰੀ ਬਣੀ ਹੈ ਮਾਂ ਤੇ, ਮੇਰੇ ਪੁੱਤਰ ਆਏ ਝੜ। ਹੁਣ ਉਮਰ ਕਿਤਾਬ ਹੈ ਹਿਸਟਰੀ, ਕਿ ਮੇਰੀ ਇਸ ਧਰਤੀ ਦੀ ਹਿਸਟਰੀ ਦੇਖ ਲੈ। ਇੱਕ ਮਾਂ ਦੇ ਅਲੰਕਾਰ ਚੋਂ ਮਾਂ ਕਹਿ ਰਹੀ ਹੈ ਕਿ ਬੇਸ਼ੱਕ ਅੱਜ ਮੈਨੂੰ ਮੇਰੇ ਨਾਲ ਇਹ ਹੈ, ਲੇਕਿਨ ਮੇਰੇ ਪੁੱਤਰਾਂ ਤੇ ਮੈਨੂੰ ਮਾਣ ਹੈ। ਔਰ ਕੋਈ ਉਮਰ ਕਿਤਾਬ ਦਾ ਵੇਖ ਲੈ, ਤੂੰ ਹਰ ਵਰਕਾ ਪੜ੍ਹ, ਜਦੋਂ ਭਾਰੀ ਬਣੀ ਹੈ ਮਾਂ ਤੇ, ਮੇਰੇ ਪੁੱਤਰ ਆਏ ਝੜ। ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ। ਸੁਣ ਰਾਹੀਆ ਰਾਹੇ ਜਾਂਦਿਆਂ, ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਇਹ ਰਾਤ। ਕਿ ਜ਼ੁਲਮ ਦੀ ਕਾਲੀ ਬੋਲੀ ਹਨੇਰੀ ਨੂੰ ਅਖੀਰ ਇਸ ਧਰਤੀ ਦੇ ਕੌਮ ਦੇ ਬਹਾਦਰ ਪੁੱਤਰ ਪੁੱਤਰੀਆਂ ਇਸ ਨੂੰ ਡੱਕਣਗੇ। ਔਰ ਉਹ ਰਾਹੀਆ ਤੂੰ ਇਹ ਲਿਖ ਕੇ ਰੱਖੀ ਕਿ ਅਲਟੀਮੇਟਲੀ ਜਿਹੜਾ ਸੂਰਜ ਇਹਨਾਂ ਨੇ ਸਾਡਾ ਡੋਬਣ ਦੀ ਕੋਸ਼ਿਸ਼ ਕੀਤੀ ਹੈ, ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਇਹ ਰਾਤ। ਜੀ ਸੋ ਇਹ ਅਫਜ਼ਲ ਅਹਿਸਨ ਰੰਧਾਵਾ ਦੇ ਜਿਹੜੇ ਜਜ਼ਬਾਤ ਨੇ ਪੋਇਟਰੀ 'ਚ, ਮੈਂ ਨਹੀਂ ਸਮਝਦਾ ਵੀ ਕਿਸੇ ਸਿੱਖ ਨੇ ਇਸ ਤੋਂ ਬੈਟਰ ਕੁਝ ਲਿਖਿਆ ਹੈ ਅਜੇ ਤੱਕ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਸ ਨਾਲ ਨੇ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।